ਕੈਨੇਡਾ ਦੀ ਪੀਆਰ ਲਈ ਪੀਸੀਸੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਲੱਗੇ। ਕਾਫੀ ਭੈਣ ਭਰਾਵਾਂ ਦੇ ਵਿੱਚ ਡਾਊਟ ਨੇ ਜੋ ਅੱਜ ਤੁਹਾਡੇ ਸਾਰੇ ਡਾਊਟ ਕਲੀਅਰ ਕਰਦੇ ਨੇ ਤੇ ਤੁਹਾਡਾ ਬੀਐਲਐਸ ਜਾਣ ਵਾਲਾ ਜਿਹੜਾ ਰੌਲਾ ਨਾ ਉਹ ਵੀ ਮੁਕਾ ਦੇਣਾ। ਸੋ ਲੈਟਸ ਗੋ। ਹੁਣ ਇੱਕ ਪਾਸੇ ਵੈਬਸਾਈਟ, ਦੂਸਰੇ ਪਾਸੇ ਮੈਂ ਪੁਲਿਸ ਸਰਟੀਫਿਕੇਟ, ਇਹਦੀ ਲੋੜ ਆਈਐਸਜੀ ਨੂੰ ਦੱਸਿਆ ਕਿਹੜੇ ਕਿਹੜੇ ਬੰਦੇ ਨੂੰ ਪੈਂਦੀ ਹੈ। ਸੋ ਇਹ ਪੁਲਿਸ ਸਰਟੀਫਿਕੇਟ ਇਜ਼ ਅ ਸਟੇਟਮੈਂਟ ਡਾਕੂਮੈਂਟ ਦੈਟ ਸ਼ੋਜ਼ ਦੈਟ ਯੂ ਡੋਂਟ ਹੈਵ ਐਨੀ ਕ੍ਰਿਮੀਨਲ ਰੈਕਡ। ਸੋ ਜੇ ਤੁਹਾਡਾ ਹੋਊਗਾ ਤੁਹਾਨੂੰ ਪ੍ਰੋਵਾਈਡ ਕਰਨਾ ਪੈਣਾ ਕਾਪੀ ਆਫ ਯੂਰ ਕ੍ਰਿਮੀਨਲ ਰੈਕਡ, ਠੀਕ ਹੈ। ਸੋ ਪੀਸੀਸੀ ਤੁਹਾਨੂੰ ਇੱਕ ਹਿਸਾਬ ਦੀ ਤੁਹਾਡੀ ਕਲੀਨ ਚਿੱਟ ਹੁੰਦੀ ਹੈ ਕਿ ਹਾਂਜੀ ਜਿਹੜੇ ਮੁਲਕ ਦੇ ਵਿੱਚ ਮੈਂ ਰਹਿ ਗਿਆ ਉੱਥੇ ਮੇਰਾ ਕੋਈ ਵੀ ਰੌਲਾ ਰੱਪਾ ਨਹੀਂ ਚੱਲਦਾ, ਠੀਕ ਹੈ। ਕੈਨੇਡਾ ਲਈ ਪੀਸੀ ਦਾ ਵੀ ਮਿੰਟ 'ਚ ਬਣਵਾ ਲੈਂਦੇ ਹੋ, ਪਰ ਜਿਹੜੇ ਮੁਲਕਾਂ ਦੀ ਲੋੜ ਪੈਂਦੀ ਆ ਉਹ ਗੱਲਬਾਤ ਕਰਾਂਗੇ। ਸੋ ਪੁਲਿਸ ਕਲੀਅਰੈਂਸ ਪੁਲਿਸ ਸਰਟੀਫਿਕੇਟ ਆਰ ਡਿਫਰੈਂਟ ਫੋਰ ਈਚ ਕੰਟਰੀ ਐਂਡ ਟੈਰੀਟਰੀ। ਸੋ ਕਿਸੇ ਦੇ ਮੇ ਬੀ ਕਾਲਡ, ਸੋ ਹਰ ਮੁਲਕ ਦੇ ਅਲੱਗ ਪੀਸੀ ਦੀ ਰਿਕੁਆਇਰਮੈਂਟ ਆ। ਕਿਸੇ ਮੁਲਕ ਦੇ ਵਿੱਚ ਕੀ ਕਹਿੰਦੇ, ਕਿਸੇ ਮੁਲਕ 'ਚ ਕੀ ਕਹਿੰਦੇ ਆ। ਸੋ ਆਪਣੇ ਇੰਡੀਆ 'ਚ ਕਹਿੰਦੇ ਪੁਲਿਸ ਕਲੀਅਰੈਂਸ ਸਰਟੀਫਿਕੇਟ, ਕਿਸੇ ਜਗ੍ਹਾ 'ਤੇ ਕਹਿੰਦੇ ਗੁੱਡ ਕੰਡਕਟ ਸਰਟੀਫਿਕੇਟ, ਕਿਸੇ ਕਹਿੰਦੇ ਜੁਡੀਸ਼ੀਅਲ ਰਿਕਾਰਡ ਐਕਸਟਰੈਕਟ ਤੇ ਅਦਰ ਨੇਮਸ, ਠੀਕ ਹੈ। ਲੋੜ ਕਿਹਨੂੰ ਪੈਂਦੀ ਆ? ਹੂ ਨੀਡਸ ਏ ਪੁਲਿਸ ਸਰਟੀਫਿਕੇਟ? ਯੂ ਐਂਡ ਐਨੀ ਫੈਮਿਲੀ ਮੈਂਬਰ 18 ਸਾਲ ਦਾ may need to get a police certificate। ਸੋ 18 ਸਾਲ ਤੋਂ ਪਹਿਲਾਂ ਤੁਹਾਡੀ ਕੋਈ ਹਿਸਟਰੀ ਤੋਂ ਕਿਸੇ ਨੂੰ ਕੋਈ ਲੈਣ ਦੇਣ ਨਹੀਂ ਹੈਗਾ। 18 ਸਾਲ ਤੋਂ ਬਾਅਦ ਮੈਂ ਥੋੜੀ ਜਿਹੜੇ ਵੀ ਮੁਲਕ ਦੇ ਵਿੱਚ ਰਹੇ ਹੋ 6 ਮਹੀਨੇ ਤੋਂ ਵੱਧ, ਜਿਵੇਂ ਮੰਨ ਲਓ ਕੋਈ ਵੀ ਇਨਸਾਨ 19 ਸਾਲਾਂ ਦਾ ਸੀ ਉਦੋਂ ਆਇਆ ਕੈਨੇਡਾ ਦੇ ਵਿੱਚ, ਠੀਕ ਹੈ। ਸੋ 18 ਸਾਲ ਤੋਂ ਬਾਅਦ ਉਹਨੇ ਮੰਨ ਲਓ ਵੀ 8 ਮਹੀਨੇ ਇੰਡੀਆ ਦੇ ਵਿੱਚ ਕੱਟੇ ਆ, ਉਹ 8 ਮਹੀਨੇ ਦਾ ਉਹਨੂੰ ਪੀਸੀਸੀ ਬਣਵਾਉਣੀ ਪੈਣੀ ਹੈ, ਸਿੰਪਲ। ਸੋ ਜਿਹੜੇ ਵੀ ਮੁਲਕ ਦੇ ਵਿੱਚ ਕੈਨੇਡਾ ਤੋਂ ਇਲਾਵਾ ਤੁਸੀਂ 6 ਮਹੀਨੇ ਤੋਂ ਵੱਧ ਰਹੇ ਹੋ 18 ਸਾਲ ਦੇ ਹੋਣ ਤੋਂ ਬਾਅਦ ਉੱਥੋਂ ਦੀ ਪੀਸੀਸੀ ਦੀ ਤੁਹਾਨੂੰ ਰਿਕੁਆਇਰਮੈਂਟ ਹੈ, ਸਿੰਪਲ। ਸੋ ਯੂ ਮਸਟ ਪ੍ਰੋਵਾਈਡ ਅ ਪੀਸੀਸੀ ਇਫ ਯੂ ਆਰ ਅਪਲਾਈਂਗ ਫॉर ਪੀਆਰ, ਸਿਟੀਜ਼ਨਸ਼ਿਪ ਜਾਂ ਫਿਰ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ। ਸੋ ਆ ਤਿੰਨਾਂ ਲਈ ਤੁਹਾਨੂੰ ਪੀਸੀਸੀ ਦੀ ਲੋੜ ਪੈਂਦੀ ਹੈ, ਠੀਕ ਹੈ। If you have a prior criminal record, you may need to provide a police certificate for any other program। So ਕਈ ਵਾਰੀ ਬੰਦੇ ਦੇ offense ਏਡੇ ਵੱਡੇ ਨਹੀਂ ਹੁੰਦੇ, ਜਿਨ੍ਹਾਂ ਦੇ ਰਿਕਾਰਡ ਹੁੰਦੇ ਆ, ਸੋ ਉਹਨਾਂ ਨੂੰ ਕਿਸੇ ਪ੍ਰੋਗਰਾਮ ਦੇ ਵਿੱਚ ਰੀਹੈਬਿਲਿਟੇਸ਼ਨ 'ਚ ਪਾ ਕੇ ਸੈੱਟ ਕਰ ਦਿੰਦੇ, ਉਹਦੇ ਨਾਲ ਉਹਨਾਂ ਨੂੰ ਭਾਈ ਕਲੀਨ ਚਿੱਟ ਮਿਲ ਜਾਂਦੀ ਹੈ। ਤਾਂ ਉਹ ਚੀਜ਼ ਦਿਖਾਉਣੀ ਪੈਂਦੀ ਹੈ। ਪਰਮਾਤਮਾ ਕਰੇ ਤੁਹਾਡਾ ਕਿਸੇ ਦਾ ਵੀ ਨਾ ਹੋਵੇ ਰੌਲਾ, ਠੀਕ ਹੈ। ਵੈਨ ਟੂ ਗੈਟ ਏ ਪੁਲਿਸ ਸਰਟੀਫਿਕੇਟ ਹੋ ਗਿਆ ਆਪਣਾ ਕਿ ਨਹੀਂ ਹੋਇਆ ਓਕੇ। ਸੋ ਐਕਸਪ੍ਰੈਸ ਐਂਟਰੀ ਲਈ if you have 60 days to submit your police certificate, ਠੀਕ ਹੈ। ਸੋ ਐਕਸਪ੍ਰੈਸ ਐਂਟਰੀ ਲਈ, ਇੰਟਰਨੈਸ਼ਨਲ ਐਕਸਪੀਰੀਅੰਸ ਲਈ, ਸਿਟੀਜ਼ਨਸ਼ਿਪ ਲਈ ਤੇ ਐਨੀ ਅਦਰ ਪ੍ਰੋਗਰਾਮ, ਸੋ ਕੋਈ ਹੋਰ ਪ੍ਰੋਗਰਾਮਸ ਲਈ ਜਿਨ੍ਹਾਂ ਦੇ ਵਿੱਚ ਪੀਸੀਸੀ ਦੀ ਰਿਕੁਆਇਰਮੈਂਟ ਆ, ਠੀਕ ਹੈ। ਇਫ ਯੂ ਨੀਡ ਅ ਰਿਕੁਐਸਟ ਲੈਟਰ, ਕਿਸੇ ਮੁਲਕਾਂ ਦੇ ਵਿੱਚ ਰਿਕੁਐਸਟ ਲੈਟਰ ਦੀ ਲੋੜ ਪੈਂਦੀ, ਆਪਣੇ ਨਹੀਂ ਪੈਂਦੀ ਇੰਡੀਆ ਦੇ ਵਿੱਚ। ਤੇ ਹਾਊ ਲੌਂਗ ਪੁਲਿਸ ਸਰਟੀਫਿਕੇਟ ਇਜ਼ ਵੈਲਿਡ ਫੋਰ, ਠੀਕ ਹੈ। ਤੁਹਾਡਾ ਜਿਹੜਾ ਪੁਲਿਸ ਸਰਟੀਫਿਕੇਟ ਕਦੋਂ ਤੱਕ ਵੈਲਿਡ ਆ, ਹੁਣ ਤੁਹਾਨੂੰ ਦਿਖਾਉਣਾ। ਫੋਰ ਦ ਕੰਟਰੀ ਵੇਅਰ ਯੂ ਆਰ ਕਰੰਟਲੀ ਰਿਜ਼ਾਈਡ। ਸੋ ਜਿੱਥੇ ਤੁਸੀਂ ਕਰੰਟਲੀ ਰਹਿ ਰਹੇ ਹੋ, ਫੋਰ ਐਗਜ਼ਾਮਪਲ ਮੈਂ ਹੁਣ ਕੈਨੇਡਾ ਦੇ ਵਿੱਚ ਰਹਿਣਾ ਪਿਆ, ਮੈਂ ਪੀਆਰ ਦੀ ਫਾਈਲ ਪਾਉਣੀ ਹੈ, ਠੀਕ ਹੈ। ਸੋ ਮੇਰਾ ਜਿਹੜਾ ਇੱਥੋਂ ਦਾ ਸਰਟੀਫਿਕੇਟ ਹੈਗਾ ਉਹ currently reside must be issued no more than 6 months before the date of ਐਪਲੀਕੇਸ਼ਨ ਪਾਉਣ ਤੋਂ 6 ਮਹੀਨੇ ਪੁਰਾਣਾ ਨਹੀਂ ਹੋਣਾ ਚਾਹੀਦਾ ਉਹ। ਸੋ ਜੇ ਮੰਨ ਲਓ ਮੈਂ ਦਸੰਬਰ 2025 'ਚ ਐਪਲੀਕੇਸ਼ਨ ਪਾ ਰਿਹਾ ਤਾਂ ਉਹ ਪਿਛਲੇ 6 ਮਹੀਨੇ ਦੇ ਵਿੱਚ ਬਣਿਆ ਹੋਵੇ। ਉਹ ਭਾਈ ਮੰਨ ਲਓ ਜਨਵਰੀ ਫਰਵਰੀ ਦਾ ਨਾ ਹੋਵੇ, ਸਿਰਫ ਲਾਸਟ 6 ਮਹੀਨੇ ਦੇ ਵਿੱਚ ਬਣਿਆ ਹੋਵੇ, ਦੈਟਸ ਇਟ, ਠੀਕ ਹੈ। ਜਿਹੜਾ ਕਰੰਟ ਕੰਟਰੀ ਦਾ ਕੈਨੇਡਾ ਦਾ, ਠੀਕ ਹੈ। ਹੁਣ ਜਿਹੜਾ ਪੈਣਾ ਮੈਨੂੰ ਬਾਹਰਲਾ ਇੰਡੀਆ ਦੇ ਪੀਸੀ ਦੀ ਲੋੜ ਪੈਂਦੀ ਆ, ਉਹਦੀ ਗੱਲ ਹੋ ਰਹੀ ਇੱਥੇ। ਫੋਰ ਐਨੀ ਅਦਰ country the police certificate must be issued after the last time you resided there for 6 consecutive months or longer since the age of 18। so 18 ਸਾਲ ਦੀ ਉਮਰ ਤੋਂ ਬਾਅਦ ਕਿਸੇ ਵੀ ਮੁਲਕ ਦੇ ਵਿੱਚ ਤੁਸੀਂ 6 ਮਹੀਨੇ ਤੋਂ ਵੱਧ ਰਹੇ ਹੋ, ਉਹ ਜਗ੍ਹਾ ਤੋਂ ਤੁਹਾਨੂੰ ਪੀਸੀਸੀ ਚਾਹੀਦਾ, ਠੀਕ ਹੈ। ਪੁਲਿਸ ਕਲੀਅਰੈਂਸ ਸਰਟੀਫਿਕੇਟ ਚਾਹੀਦਾ। ਹੁਣ ਫੋਰ ਐਗਜ਼ਾਮਪਲ ਮੰਨ ਲਓ ਮੈਂ ਸੀ 19 ਸਾਲਾਂ ਦਾ ਜਦੋਂ ਕੈਨੇਡਾ ਦੇ ਵਿੱਚ ਆਇਆ, ਠੀਕ ਹੈ। ਸੋ ਮੈਂ 18 ਸਾਲ ਤੋਂ ਬਾਅਦ 19 ਸਾਲ ਉੱਥੇ ਰਹਿ ਕੇ ਆਇਆ, ਪਰ ਮੇਰੇ ਡੈਡੀ ਨੇ ਇੱਕ ਚੰਗਾ ਕੰਮ ਕੀਤਾ ਸੀ ਕਿ ਮੈਨੂੰ ਪੀਸੀਸੀ ਉੱਥੋਂ ਬਣਵਾ ਕੇ ਹੀ ਤੋਰੀ ਸੀ ਕਿ ਹਾਂਜੀ ਆਹ ਬੰਦੇ ਦਾ ਰੈਕਡ ਕਲੀਨ ਹੈ, ਇਨ ਕੇਸ ਏਅਰਪੋਰਟ ਸਾਨੂੰ ਕੋਈ ਦਿੱਕਤ ਆਉਂਦੀ, ਥੋੜ੍ਹਾ ਚੱਕਰ ਚੱਲਦਾ ਸੀ ਇੰਡੀਆ 'ਚ। ਉਹ ਸਰਟੀਫਿਕੇਟ ਮੇਰਾ ਅੱਜ ਵੀ ਵੈਲਿਡ ਆ। ਉਹ ਸਰਟੀਫਿਕੇਟ 2017-18 ਦਾ ਬਣਿਆ, ਉਹ ਅੱਜ ਵੀ ਵੈਲਿਡ ਆ। ਬਿਕੋਜ਼ ਉਦੋਂ ਬਾਅਦ 'ਚ ਮੈਂ ਇੰਡੀਆ ਜਿੰਨੀ ਵਾਰੀ ਵੀ ਗਿਆ ਮੈਂ 6 ਮਹੀਨੇ ਨਹੀਂ ਰੁਕ ਕੇ ਆਇਆ। ਸੋ ਜੇ ਕਿਸੇ ਵੀ ਮੁਲਕ ਵਿੱਚ 6 ਮਹੀਨੇ ਤੋਂ ਵੱਧ ਰਹਿ ਕੇ ਆਉਂਦੇ ਹੋ, ਫਿਰ ਤੁਹਾਨੂੰ ਪੀਸੀ ਰਿਕੁਆਇਰਮੈਂਟ ਦੁਬਾਰਾ ਪੈਂਦੀ ਆ। ਜਿਵੇਂ ਹੁਣ ਮੰਨ ਲਓ ਤੁਸੀਂ ਹਫ਼ਤਾ, 2 ਹਫ਼ਤੇ, 3 ਹਫ਼ਤੇ, 2 ਮਹੀਨੇ, 3 ਮਹੀਨੇ, 4 ਮਹੀਨੇ, 5 ਮਹੀਨੇ ਵੀ ਲਾ ਜਾਂਦੇ ਹੋ, ਤੁਹਾਨੂੰ ਪੀਸੀਸੀ ਦੀ ਰਿਕੁਆਇਰਮੈਂਟ ਨਹੀਂ ਆ ਅਨਲੈਸ ਤੁਸੀਂ 6 ਮਹੀਨੇ ਘੱਟੋ ਘੱਟ ਜਾਂ 6 ਮਹੀਨੇ ਤੋਂ ਵੱਧ ਰਹਿ ਕੇ ਆਉਂਦੇ ਹੋ, ਸਿੰਪਲ। ਓਕੇ, ਸਮ ਕੰਟਰੀਜ਼ ਪੁੱਟ ਐਕਸਪਾਇਰੀ ਡੇਟ, ਕਈ ਕੰਟਰੀ ਪਾ ਦਿੰਦੇ, ਆਪਣੀ ਨਹੀਂ ਪਾਉਂਦੀ, ਠੀਕ ਹੈ। ਜੇ ਐਕਸਪਾਇਰੀ ਡੇਟ ਹੁੰਦੀ ਫਿਰ ਤੁਹਾਨੂੰ ਨਵੇਂ ਡਾਕੂਮੈਂਟ ਦੀ ਲੋੜ ਪੈਂਦੀ ਆ। ਤੇ it was issued after the last time you stayed there for 6 months or longer। ਸੋ ਮੇਰਾ ਜਿਵੇਂ 30% ਦੱਸਿਆ ਵੀ ਉਹ ਇਸ਼ੂ ਹੋਇਆ ਸੀ ਜਦੋਂ ਮੈਂ ਜਾਣਾ ਸੀ, ਜਦੋਂ ਮੈਂ ਕੈਨੇਡਾ ਦੀ ਫਾਈਲ ਪਾ ਰਿਹਾ ਸੀ, ਮੈਂ ਟਿਕਟ ਕਰਾਤੀ ਸੀ, ਉਦੋਂ ਬਾਅਦ 'ਚ ਮੇਰੇ ਡੈਡੀ ਨੇ ਮੈਨੂੰ ਲੈ ਕੇ ਦਿੱਤਾ। ਸੋ ਮੇਰੇ ਕੰਟਰੀ ਛੱਡਣ ਤੋਂ ਪਹਿਲਾਂ ਮੈਂ ਲੈ ਕੇ ਆਇਆ ਫਿਰ ਸਰਟੀਫਿਕੇਟ ਉਹ,
दैट इज़ द होल थिंग। जिवें हुण मान लो ਤੁਹਾਨੂੰ PCC ਦੀ ਲੋੜ, ਠੀਕ ਹੈ, ਤੁਸੀਂ ਜਿਹੜੇ ਪੁਰਾਣੀ ਇੰਡੀਆ ਤੋਂ ਬਣਵਾ ਕੇ ਆਏ ਸੀ ਮੇਰੇ ਵਾਂਗੂ ਬਹੁਤ ਘਰ ਦੇ ਕਰਦੇ ਆ, ਤੁਹਾਡੇ ਕੋਲ ਤੁਸੀਂ ਯੂਜ਼ ਕਰ ਸਕਦੇ ਹੋ, ਕੋਈ ਦਿੱਕਤ ਪਰੇਸ਼ਾਨੀ ਨਹੀਂ। IRCC ਤੁਹਾਡੇ ਤੋਂ IRCC ਮੇ ਰਿਕੁਆਇਰ ਅਪਡੇਟਡ ਡਾਕੂਮੈਂਟੇਸ਼ਨ ਐਟ ਐਨੀ ਟਾਈਮ ਡਿਊਰਿੰਗ ਪ੍ਰੋਸੈਸ। IRCC ਦੇ ਕੋਲ ਰਾਈਟ ਆ, ਉਹ ਤੁਹਾਨੂੰ ਕਹਿ ਸਕਦਾ ਕਿ ਹਾਂਜੀ ਆਹ ਡਾਕੂਮੈਂਟ ਤੁਹਾਡਾ ਇਹ ਸਟੇਟ ਨੂੰ ਮੰਨ ਲਓ ਵੀ 2023 2017 18 ਦਾ ਇਸ਼ੂ ਹੋਇਆ ਆ, ਅਤੇ ਉਦੋਂ ਵਿੱਚ ਟਰੈਵਲ ਹਿਸਟਰੀ 'ਤੇ ਸ਼ੋਅ ਕਰਤੇ ਕਿ ਹਾਂਜੀ ਮੈਂ ਦੁਬਾਰਾ ਕਦੇ ਵੀ 6 ਮਹੀਨੇ ਤੋਂ ਵੱਧ ਨਹੀਂ ਰਹਿ ਕੇ ਆਇਆ, ਬਟ ਸਟਿਲ IRCC ਕਹਿੰਦੇ ਸਾਨੂੰ ਨਵਾਂ ਡਾਕੂਮੈਂਟ ਲੈ ਕੇ ਦੇ ਦਿਓ, ਤਾਂ ਤੁਸੀਂ ਨਵਾਂ ਡਾਕੂਮੈਂਟ ਲੈ ਕੇ ਦੇ ਸਕਦੇ ਹੋ। ਹੁਣ ਤੁਸੀਂ ਇੱਕ ਹੋਰ ਚੀਜ਼, ਸੌਰੀ, you don't need to give us police certificate for any period of time before you were 18 or 18-year-old or for the time you spent in Canada। so 18 ਸਾਲ ਦੀ ਉਮਰ ਤੋਂ ਪਹਿਲਾਂ ਦੀ ਤੁਹਾਡੀ ਹਿਸਟਰੀ ਕੋਈ ਲੈਣ ਦੇਣ ਨਹੀਂ ਹੈਗਾ ਕੈਨੇਡਾ ਸਰਕਾਰ ਨੂੰ, ਠੀਕ ਹੈ। ਅਤੇ ਜਿਹੜਾ ਕੈਨੇਡਾ ਦਾ PC ਸਰਟੀਫਿਕੇਟ ਆ ਉਹ ਵੀ ਤੁਹਾਨੂੰ ਪੁਰਾਣਾ ਨਹੀਂ ਬਣਾਉਣ ਦੀ ਲੋੜ, ਜਿਹੜਾ ਤੁਸੀਂ ਕਰੰਟਲੀ ਬਣਾਓਗੇ ਉਹ ਚੱਲ ਜਾਏਗਾ। ਓਕੇ, ਸੋ ਇੱਕ ਚੀਜ਼ PCC ਆ ਰਿਹਾ IRCC ਦਾ ਡਾਕੂਮੈਂਟ। ਥੈਂਕ ਯੂ ਮਨਦੀਪ ਲੱਦਰ ਭਰਾ ਦਾ ਜਿਹਨੇ ਭੇਜਿਆ। ਆਪਣੇ ਲੋਕਾਂ ਨੂੰ ਡਾਊਟ ਹੈ ਕਿ ਆਪਾਂ ਸਿਰਫ BLS ਤੋਂ ਬਣਵਾ ਸਕਦੇ ਹਾਂ। ਦਿਸ ਇਜ਼ ਦਾ ਹੋਲ ਕਲੈਰਿਟੀ ਤੁਹਾਡੇ ਸਾਰਿਆਂ ਲਈ। ਇੰਡੀਆ ਪੁਲਿਸ ਸਰਟੀਫਿਕੇਟ, ਇੰਡੀਅਨ ਪੁਲਿਸ ਸਰਟੀਫਿਕੇਟਸ, ਪੁਲਿਸ ਸਰਟੀਫਿਕੇਟ ਫੋਰ ਸਟੇਟਸ ਅਦਰ ਦੈਨ ਪੰਜਾਬ। ਸੋ ਪੰਜਾਬ ਨੂੰ ਲੈ ਕੇ ਥੋੜ੍ਹਾ ਰੌਲਾ ਕੁਝ ਹੈਗਾ ਕੈਨੇਡਾ ਸਿਸਟਮ ਦੇ ਵਿੱਚ, ਕਈ ਗੱਲਾਂ ਜਿਸ ਕਰਕੇ ਪੰਜਾਬ ਨੂੰ ਲੈਦਾ ਟਰੀਟ ਕੀਤਾ ਜਾਂਦਾ। Police certificate for the state other than Punjab can be issued or signed by the following officials। so senior superintendent of police SSP ਦਫ਼ਤਰ ਤੋਂ, superintendent of police SP, commissioner DC डिप्टी कमिश्नर ਜਾਂ ਫਿਰ any additional commissioner ਤੋਂ ਬਣਵਾ ਸਕਦੇ ਹੋ। the station house officer ਜਿਹੜਾ ਥਾਣੇ ਦਾ ਮੇਨ ਅਫਸਰ ਹੁੰਦਾ, ਜਿਵੇਂ ਮੇਰੇ ਸਾਹਮਣੇ ਮੁਨਸ਼ੀ ਕਹਿ ਦਾਂਗੇ ਆਪਾਂ, ਪੰਜਾਬੀ ਸਾਡੇ ਮੁਨਸ਼ੀ ਕਹਿੰਦੇ ਆ, ਮੁਨਸ਼ੀ ਤੋਂ ਬਣਵਾ ਸਕਦੇ ਹੋ। ਸੋ ਆਹ ਸਾਰੀਆਂ ਚੀਜ਼ਾਂ ਜੇ ਮੰਨ ਲਓ ਤੁਸੀਂ ਪੰਜਾਬ ਤੋਂ ਬਾਹਰ ਕਿਤੇ ਵੀ ਰਹਿੰਦੇ ਹੋ ਇੰਡੀਆ ਦੇ ਵਿੱਚ, ਤੁਸੀਂ ਉਹਨਾਂ ਤੋਂ ਬਣਵਾ ਸਕਦੇ ਹੋ, ਠੀਕ ਹੈ, ਤੁਹਾਡੇ ਲੋਕਲ ਥਾਣੇ ਤੋਂ। ਅਤੇ ਇਹਦੇ ਵਿੱਚ ਤੁਹਾਨੂੰ ਪ੍ਰੈਜੈਂਟ ਹੋਣ ਦੀ ਲੋੜ ਨਹੀਂ ਹੈਗੀ। ਫੋਰ ਐਗਜ਼ਾਮਪਲ ਮੈਨੂੰ IRCC ਨੇ ਕਹਿਤਾ ਕਿ ਸਾਨੂੰ ਤੂੰ PCC ਨਵਾਂ ਲੈ ਕੇ ਦੇ, ਹੈ ਨਾ, ਵੀ ਮੇਰਾ 2017 ਵਾਲਾ ਕਹਿੰਦੇ ਵੀ ਹਾਂ ਠੀਕ ਆ ਗੁੱਡ ਆ, ਬਟ ਸਾਨੂੰ ਨਵਾਂ ਵੀ ਲੈ ਕੇ ਦੇ 2025 ਦਾ, ਵੀ ਇੰਨੇ ਸਾਲ ਪੁਰਾਣਾ। ਤਾਂ ਮੈਂ ਕੀ ਕਰੂੰਗਾ, ਮੈਂ ਇੰਡੀਆ ਜਾ ਕੇ ਨਹੀਂ ਬਣਵਾਉਂਗਾ, ਮੈਂ BLS ਦੇ ਕੋਲ ਨਹੀਂ ਜਾਣਾ, ਕੋਲ ਖੱਜਲ ਕਰਨਗੇ। ਮੈਂ ਕੀ ਕਰੂੰਗਾ, ਮੇਰੇ ਫਾਦਰ ਸਾਹਿਬ ਨੂੰ ਕਾਲ ਕਰੂੰਗਾ, ਫਾਦਰ ਸਾਹਿਬ ਨੂੰ ਦੱਸੂੰਗਾ ਕਿ ਐਂ ਕਰਕੇ ਮੈਨੂੰ PCC ਦੀ ਲੋੜ ਆ। ਜਿਵੇਂ ਹੁਣ ਮੈਂ ਰਹਿਣਾ ਪਿਆ ਵਾਂ ਪੰਜਾਬ ਦੇ ਵਿੱਚ, ਪਰ ਜੇ ਮੰਨ ਲਓ ਜੇ ਮੈਂ ਦਿੱਲੀ ਦੁੱਲੀ ਹਰਿਆਣੇ ਕਿਤੇ ਹੋਰ ਪਾਸੇ ਰਹਿੰਦਾ ਹੁੰਦਾ, ਤਾਂ ਮੇਰੇ ਫਾਦਰ ਸਾਹਿਬ ਨੂੰ ਕਹਿਣਾ ਸੀ ਕਿ SSP ਆਫਿਸ, SP ਆਫਿਸ, ਕਮਿਸ਼ਨਰ, DC ਅਫਸਰ, ਇਹ ਜਗ੍ਹਾ ਤੋਂ ਮੈਨੂੰ PCC ਬਣਵਾ ਕੇ ਦੇ ਦਿਓ। ਤੁਹਾਡੇ ਬਿਹਾਫ 'ਤੇ ਤੁਹਾਡੇ ਫਾਦਰ ਸਾਹਿਬ ਤੁਹਾਨੂੰ ਬਣਵਾ ਕੇ ਉਹ ਕਾਪੀ ਕਰ ਸਕੈਨ ਕਾਪੀ ਭੇਜ ਦੇਣਗੇ, ਤੁਸੀਂ ਸਬਮਿਟ ਕਰ ਦੋਗੇ, ਸਿੰਪਲ। ਕਰੰਟ ਡੇਟ ਦਾ SSP ਦਫ਼ਤਰ, SP ਦਫ਼ਤਰ, DC ਦਫ਼ਤਰ ਬਣਿਆ, ਚੱਲ ਜਾਏਗਾ, ਠੀਕ ਹੈ। ਤੁਹਾਨੂੰ BLS ਵਾਇਆ ਜਾਣ ਦੀ ਲੋੜ ਨਹੀਂ ਹੈਗੀ, ਭਾਵੇਂ ਤੁਸੀਂ ਕੈਨੇਡਾ ਦੇ ਵਿੱਚ ਹੋ, ਤੁਸੀਂ ਕੈਨੇਡਾ ਦੇ ਬਾਹਰ ਹੋ, ਤੁਹਾਨੂੰ ਭਾਈ ਪੁਲਿਸ ਸਰਟੀਫਿਕੇਟ ਦੀ ਲੋੜ ਆ PR ਲਈ, ਯੂ ਕੈਨ ਜਸਟ ਗੈਟ ਇਟ ਡਨ ਤੁਹਾਡੇ ਫਾਦਰ ਸਾਹਿਬ ਨੂੰ ਕਹਿ ਕੇ। ਕਨੈਕਸ਼ਨਸ ਓਕੇ। ਪੁਲਿਸ ਸਰਟੀਫਿਕੇਟ ਫੋਰ ਦ ਸਟੇਟ ਆਫ ਪੰਜਾਬ। ਸੋ ਪੰਜਾਬ ਵਾਲਿਆਂ ਲਈ ਸਿਰਫ, ਜਿਵੇਂ ਮੈਂ ਪੰਜਾਬ ਤੋਂ ਪ੍ਰਾਊਡ ਪੰਜਾਬੀ, ਪੰਜਾਬ ਵਾਲਿਆਂ ਲਈ ਤੁਸੀਂ ਸਿਰਫ SSP ਸੀਨੀਅਰ ਸੁਪਰੀਡੈਂਟੈਂਟ ਆਫ ਪੁਲਿਸ, ਅਤੇ ਇੰਡੀਆ ਦੇ ਵਿੱਚ ਤੁਸੀਂ ਰੀਜਨਲ ਪਾਸਪੋਰਟ ਆਫਿਸ ਤੋਂ ਬਣਵਾ ਸਕਦੇ ਹੋ, ਕੋਈ ਦਿੱਕਤ ਨਹੀਂ ਹੈਗੀ। ਇੱਥੇ ਵੀ BLS ਨੂੰ ਵਾਇਆ ਕੰਮ ਹੁੰਦਾ। ਸੋ ਇਹਨੂੰ ਆਪਾਂ ਕੱਟ ਕਰ ਰਹੇ ਹਾਂ ਤਾਂ ਕਿ ਪ੍ਰੋਸੈਸ ਸੌਖਾ ਹੋ ਜਾਏ, ਸਿੰਪਲ ਅਤੇ ਛੇਤੀ ਡਾਕੂਮੈਂਟ ਮਿਲ ਜਾਏ। ਵੀ ਇਹਨਾਂ ਦੇ ਵਾਇਆ ਰੁਪਈਏ ਬਹੁਤ ਦੇਣੇ ਪੈ ਜਾਂਦੇ ਆ। ਸੋ SSP ਆਫਿਸ ਤੋਂ ਬਣਵਾ ਸਕਦੇ ਹੋ ਜਾਂ ਰੀਜਨਲ ਪਾਸਪੋਰਟ ਆਫਿਸ ਤੋਂ। ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਸਾਰਿਆਂ ਦੇ ਲਿੰਕ ਹੁੰਦੇ ਆ। ਆਪਣੇ ਫਾਦਰ ਸਾਹਿਬ ਹੋਰਾਂ ਨੇ ਇੰਨੀ ਵਧੀਆ ਗੁੱਡਵਿਲ ਬਣਾਈ ਹੁੰਦੀ ਆ, ਕੋਈ ਨਾ ਕੋਈ ਬੰਦਾ ਵਾਇਆ ਜਾਣਦਾ ਹੁੰਦਾ। ਤੁਸੀਂ SSP ਦਫ਼ਤਰ ਜੋ ਡੈਡੀ ਨੂੰ ਕਹਿ ਕੇ ਬਣਵਾ ਸਕਦੇ ਹੋ। ਉਹ ਡਾਕੂਮੈਂਟ ਤੁਹਾਨੂੰ ਇੱਥੇ ਭੇਜ ਸਕਦੇ ਆ, ਸਕੈਨ ਕਾਪੀ, ਤੁਸੀਂ ਉਹ ਯੂਜ਼ ਕਰ ਸਕਦੇ ਹੋ ਆਪਣੀ PR ਦੀ ਫਾਈਲ ਲਈ। ਤੁਹਾਨੂੰ BLS 'ਤੇ ਵਾਇਆ ਜਾਣ ਦੀ ਲੋੜ ਨਹੀਂ ਹੈਗੀ। ਸੇਵਡ ਯੂ ਟਾਈਮ, ਸੇਵਡ ਯੂ ਮਨੀ, ਸੇਵਡ ਯੂ ਰਿਸੋਰਸਿਸ, ਸੇਵਡ ਯੂ ਵਾਧੂ ਦਾ ਸਟਰੈਸ ਕਿ ਹਾਂ ਬਾਈ BLS 'ਤੇ ਵਾਇਆ ਕਰਾਉਣਾ ਨਾ, ਜਸਟ ਗੈਟ ਇਟ ਡਨ। ਫਾਦਰ ਸਾਹਿਬ ਬਾਈ ਤੁਹਾਨੂੰ ਲੱਗਦਾ ਕਿ ਕੈਨੇਡਾ ਦੀ ਲਾਈਫ, ਕੈਨੇਡਾ 'ਚ ਤੁਹਾਡੇ ਘਰ ਦੇ ਨੂੰ ਸਮਝ ਨਹੀਂ ਬਾਈ, ਕਦੇ ਵੀ ਬਾਪੂ ਨੂੰ ਕੋਈ ਕੰਮ ਕਹਿ ਕੇ ਦੇਖਿਓ, ਜੇ ਉਹ ਕੰਮ ਨਾ ਹੋਇਆ ਤਾਂ ਮੈਂ ਤੁਸੀਂ ਵਾਕਈ ਬਾਪੂ ਨੰਬਰ 1 ਹੁੰਦੇ ਆਪਣੇ ਸਾਰਿਆਂ ਦੇ, ਘਰ ਦੇ ਨੰਬਰ 1 ਆ। ਜੇ ਘਰ ਦੇ ਨਾਲ ਯਾਰੀ ਪਾ ਕੇ ਰੱਖੋਗੇ, ਕਦੇ ਜ਼ਿੰਦਗੀ 'ਚ ਮਾਤ ਨਹੀਂ ਖਾਓਗੇ, ਕਦੇ ਤੁਹਾਨੂੰ ਗਲਤ ਸਲਾਹ ਨਹੀਂ ਮਿਲੂਗੀ, ਅਤੇ ਹਮੇਸ਼ਾ ਜ਼ਿੰਦਗੀ 'ਚ ਤਰੱਕੀ ਕਰੋਗੇ। ਕੁਝ ਸਿਰਫ ਉਹੀ ਬੰਦੇ ਆ ਦੁਨੀਆ ਦੇ ਉੱਤੇ ਜਿਹੜੇ ਚਾਹੁੰਦੇ ਆ ਕਿ ਸਾਡਾ ਧੀ ਪੁੱਤ ਸਾਡੇ ਤੋਂ ਅੱਗੇ ਲੰਘੇ ਜ਼ਿੰਦਗੀ 'ਚ, ਉਹਨਾਂ ਨੂੰ ਪ੍ਰਾਊਡ ਫੀਲ ਹੁੰਦਾ। ਔਰ ਕਿਸੇ ਨੇ ਕੰਜਰ ਖੁਸ਼ ਨਹੀਂ ਹੋਣਾ, ਕਿਸੇ ਕੰਜਰ ਨੇ ਖੁਸ਼ ਨਹੀਂ ਹੋਣਾ, ਯਾਦ ਰੱਖਿਓ। ਓਕੇ, ਸੋ PCC ਦਾ ਡਨ ਹੋ ਗਿਆ, ਠੀਕ ਹੈ। ਤੁਹਾਨੂੰ ਦੱਸਤਾ ਕਿਹੜੇ ਲੋਕਾਂ ਨੂੰ ਲੋੜ ਹੁੰਦੀ ਆ, ਤੁਹਾਨੂੰ ਦੱਸਤਾ ਤੁਸੀਂ ਬਣਵਾ ਕੇ ਮਿਲ ਸਕਦੇ ਹੋ। ਵਾਇਆ BLS ਜਾਣ ਦੀ ਲੋੜ ਹੈ ਹੀ ਨਹੀਂ ਜਦੋਂ ਵੈਨ ਵੀ ਹੈਵ ਫਾਦਰ, ਵੈਨ ਵੀ ਹੈਵ ਬ੍ਰਦਰਸ ਬੈਕ ਹੋਮ। ਜੇ ਤੁਹਾਡਾ ਕੋਈ ਸਗਾ ਭੈਣ ਭਰਾ ਹੈਗਾ, ਦੇ ਕੈਨ ਗੈਟ ਇਟ ਡਨ ਫॉर ਯੂ।
ਤੁਹਾਡੇ ਫਾਦਰ ਸਾਹਿਬ ਹੈਗੇ ਆ, ਤੁਹਾਡੇ ਵੱਡੇ ਫਾਦਰ ਸਾਹਿਬ ਹੈਗੇ ਆ, ਉਹਨਾਂ ਤੋਂ ਤੁਸੀਂ ਕਰਵਾ ਸਕਦੇ ਹੋ। ਐਨੀ ਡਾਊਟਸ ਕੁਐਸਚਨ ਪਲੀਜ਼ ਕਮੈਂਟ ਕਰ ਦਿਓ। ਤੇ ਵਧੀਆ ਲੱਗੀ ਯਾਰ ਮੈਨੂੰ ਆ ਚੀਜ਼। ਤਾਂ ਮਨਦੀਪ ਵੀਰੇ ਨੇ ਭੇਜਿਆ ਸੀ ਮੈਨੂੰ ਡਾਕੂਮੈਂਟ, ਜੋ ਕਿ ਇੱਕ ਤਾਂ ਆਪਾਂ ਨੂੰ ਕਲੈਰਿਟੀ ਦਿੰਦਾ, ਦੂਸਰਾ ਆਪਾਂ ਨੂੰ ਸਾਰੀ ਚੀਜ਼ ਸਮਝਾ ਦਿੰਦਾ ਕਿ ਹਾਂਜੀ ਕਿਵੇਂ ਕੰਮ ਹੋ ਸਕਦਾ BLS ਨੂੰ ਵਿੱਚ ਪਾਏ। ਪਲੱਸ ਸੌਖਾ ਕੰਮ ਆ, ਘੰਟੇ 2 ਘੰਟੇ ਦਾ ਕੰਮ ਹੋਣ ਵਾਲਾ ਕੰਮ ਆ। ਤੁਹਾਡੀ ਫੋਟੋ ਲਾ ਕੇ ਉਹਨੂੰ ਬਣਾ ਕੇ ਤੁਹਾਨੂੰ ਭੇਜ ਦੇਣਾ, ਦੈਟਸ ਇਟ। SSP ਦਫ਼ਤਰ ਸਾਰਿਆਂ ਦੀ ਜਾਣ ਪਛਾਣ ਹੈਗੀ ਪੰਜਾਬ 'ਚ। ਮੈਂ ਜਿੰਨੇ ਬੰਦਿਆਂ ਨੂੰ ਜਾਣਦਾ, ਸਾਡੇ ਮੁਹੱਲੇ 'ਚ ਸਾਰੇ ਬੰਦੇ SSP ਦਫ਼ਤਰ ਜਾਣਦੇ ਸਾਰਿਆਂ ਨੂੰ। ਮੋਗੇ, ਜੇ ਮੋਗੇ ਕਿਸੇ ਨੇ ਕਰਵਾਉਣਾ ਹੋਇਆ ਤਾਂ ਕਮੈਂਟ ਕਰ ਦਿਓ, ਵੀ ਵਿਲ ਹੈਲਪ ਯੂ ਆਊਟ। ਹੋਰ ਦੱਸੋ, ਮੋਗੇ ਜ਼ਿਲ੍ਹੇ ਦੇ ਵਿੱਚ ਮੋਗੇ ਦਾ ਮੇਨ ਥਾਣਾ ਸਿਟੀ 1 ਸਿਟੀ 2 ਦੋਨੋਂ ਵਾਲੇ ਪਾਸੇ ਬਾਪੂ ਨੂੰ ਜਾਣਦੇ। ਇਫ ਐਨੀਬਡੀ ਨੀਡਸ ਐਨੀ ਹੈਲਪ ਆਈ ਵਿਲ ਹੈਲਪ ਯੂ ਆਊਟ। ਸਾਡਾ ਬਾਪੂ ਬਹੁਤ ਘੈਂਟ ਬੰਦਾ। ਓਕੇ ਠੀਕ ਹੈ। ਹਾਂ, ਜੇ ਕਿਸੇ ਹੋਰ ਬੰਦੇ ਨੂੰ ਕੋਈ ਹੋਰ ਸਟੇਟਾਂ ਦੇ ਬੰਦੇ ਜਾਣਦੇ ਹੋਏ ਤਾਂ ਉਹ ਵੀ ਦੱਸਿਓ। ਵੀ ਆਪਾਂ ਸਾਰੇ ਯਾਰ ਜੇ ਇਕੱਠੇ ਮਿਲ ਕੇ ਚੱਲਾਂਗੇ ਨਾ, ਆਪਾਂ ਇੱਕ ਦੂਸਰੇ ਨੂੰ ਵਧੀਆ ਰਾਹ ਦਿਖਾ ਪਾਵਾਂਗੇ, ਇੱਕ ਦੂਸਰੇ ਨੂੰ ਵਧੀਆ ਹੱਥ ਫੜ ਕੇ ਉੱਚਾ ਉਠਾ ਪਾਵਾਂਗੇ। ਬਿਕੋਜ਼ ਐਟ ਦ ਐਂਡ ਆਫ ਦ ਡੇ ਜੋ ਤੁਹਾਡੀ ਕਿਸਮਤ 'ਚ ਲਿਖਿਆ ਉਹ ਮੈਂ ਨਹੀਂ ਖੋਲ੍ਹ ਲੈਣਾ, ਜੋ ਮੇਰੀ ਕਿਸਮਤ 'ਚ ਲਿਖਿਆ ਤੁਸੀਂ ਨਹੀਂ ਖੋਲ੍ਹ ਲੈਣਾ। ਹਾਂ, ਨਫ਼ਰਤ ਕਰ ਸਕਦੇ ਹਾਂ ਕਿ ਹਾਂ ਤੇਰੇ ਕੋਲ ਵੱਧ, ਮੇਰੇ ਕੋਲ, ਆਹ ਚੀਜ਼ਾਂ ਛੋਟੀਆਂ। ਆਹ ਚੀਜ਼ਾਂ ਜੋ ਉੱਪਰ ਉੱਠਾਂਗੇ, ਪਰਮਾਤਮਾ ਹੋਰ ਪਤਾ ਨਹੀਂ ਕਿੰਨਾ ਕੁ ਆਪਾਂ ਨੂੰ ਉੱਪਰ ਲੈ ਕੇ ਜਾਊਗਾ, ਤੇ ਇੱਕ ਦਿਨ ਜਮਾਂ ਹੀ ਉੱਪਰ ਲੈ ਜਾਊਗਾ। ਸੋ ਮਿਲ ਕੇ ਚੱਲਾਂਗੇ ਤਾਂ ਬਹੁਤ ਅੱਗੇ ਪਹੁੰਚ ਜਾਵਾਂਗੇ। ਜਿਵੇਂ ਪੁਰਾਣੇ ਪੰਜਾਬੀ ਨਫ਼ਰਤ ਕਰਦੇ, ਆਪਾਂ ਉਹ ਚੀਜ਼ ਨਹੀਂ ਕਰਨੀ ਕਿ ਹਾਂ ਜੋ ਉਹਨਾਂ ਨੇ ਕੀਤੀ ਉਹੀ ਚੀਜ਼ ਆਪਾਂ ਰਿਪੀਟ ਕਰਨੀ ਆ। ਆਪਾਂ ਇੱਕ ਨਵੀਂ ਜਨਰੇਸ਼ਨ ਨਾਲ, ਨਵੀਂ ਪੀੜ੍ਹੀਆਂ, ਆਪਾਂ ਇਕੱਠੇ ਚੱਲਣਾ। ਹਾਂ, ਮਾੜੇ ਬੰਦੇ ਆਪਣੇ ਵਿੱਚ ਵੀ ਬਹੁਤ ਹੋਣਗੇ, ਉਹ ਬੰਦੇ ਇਕੱਠੇ ਫਿਲਟਰ ਆਊਟ ਹੋਈ ਜਾਣਗੇ। ਪਰ ਜੇ ਤੁਹਾਨੂੰ ਕੋਈ ਵੀ ਚੰਗਾ ਬੰਦਾ ਮਿਲਦਾ ਇੱਥੇ, ਖਾਸ ਕਰਕੇ ਕੈਨੇਡਾ ਦੇ ਵਿੱਚ ਜੋ ਮਾਹੌਲ ਹੈ ਇੱਥੇ, ਬਣਾ ਕੇ ਰੱਖੋ। ਇਕੱਠੇ ਚੱਲੋ, ਮਿਲ ਕੇ ਚੱਲੋ, ਇਕੱਠਿਆਂ ਦੀ ਗਰੋਥ ਬਹੁਤ ਵਧੀਆ। ਆਪਸ 'ਚ ਵੱਜ ਕੇ ਨਹੀਂ, ਗੱਡੀ ਦੇ ਟਾਇਰ ਸਿੱਧੇ ਹੋ ਕੇ ਚੱਲਦੇ। ਖੁਸ਼ ਰਹੋ, ਹੱਸਦੇ ਵੱਸਦੇ ਰਹੋ, ਤੁਹਾਡੇ ਮਾਂ ਪਿਓ ਹਮੇਸ਼ਾ ਤੰਦਰੁਸਤ ਰਹਿਣ। ਮੇਰਾ ਵੀਡੀਓਜ਼ ਦਾ ਹੀ ਪਰਪਸ ਹੁੰਦਾ ਤੁਹਾਨੂੰ ਹਰ ਚੀਜ਼ ਕਲੀਅਰ ਹੋ ਜਾਏ। ਬਿਕੋਜ਼ ਇਮੀਗ੍ਰੇਸ਼ਨ ਡਰ ਦਾ ਵਪਾਰ ਆ। ਜਿੰਨਾ ਤੁਸੀਂ ਡਰੋਗੇ, ਜਿੰਨਾ ਤੁਹਾਨੂੰ ਡਰਾਇਆ ਜਾਊਗਾ, ਉਨੀ ਛੇਤੀ ਤੁਸੀਂ ਬਿਨਾਂ ਸੋਚੇ ਡਰ ਦੇ ਵਿੱਚ ਪੈਸੇ ਭਰ ਦੋਗੇ। ਸੋ ਮੇਰਾ ਹੋਲ ਪੁਆਇੰਟ ਆਫ ਸਾਰੀ ਵੀਡੀਓਜ਼ ਆਹੀ ਹੁੰਦਾ, ਤੁਹਾਡੀ ਮੈਂਟਲ ਕਲੈਰਿਟੀ ਕਿ ਹਾਂਜੀ ਆਹ ਚੀਜ਼ 'ਚ ਡਰਨ ਦੀ ਲੋੜ ਨਹੀਂ ਹੈਗੀ। ਉਸ ਭਰਾ ਨੇ ਸਾਨੂੰ ਸਮਝਾਤਾ, ਓਫੀਸ਼ੀਅਲ ਵੈਬਸਾਈਟ 'ਤੇ ਸਾਰਾ ਕੁਛ ਦੇਖਿਆ, ਓਫੀਸ਼ੀਅਲ ਡਾਕੂਮੈਂਟ ਦੇ ਵਿੱਚ ਸਾਨੂੰ ਸਾਰੀ ਚੀਜ਼ ਪਤਾ ਲੱਗੀ ਆ। ਅਤੇ ਆਹ ਚੀਜ਼ ਤੁਸੀਂ ਵੀ ਦੇਖ ਕੇ ਸਮਝ ਪਾ ਰਹੇ ਹੋ, ਮੈਂ ਵੀ ਦੇਖ ਕੇ ਸਮਝਾ ਪਾ ਰਿਹਾ। ਕੋਈ ਵੀ ਇਨਫੋਰਮੇਸ਼ਨ ਮੈਂ ਘਰੋਂ ਨਹੀਂ ਲੈ ਗਿਆ, ਕੋਈ ਵੀ ਇਨਫੋਰਮੇਸ਼ਨ ਲਿਖੀ ਨਹੀਂ, ਸਾਰਾ ਕੁਛ ਜੋ ਓਫੀਸ਼ੀਅਲ ਹੈ। ਆਹੀ ਚੀਜ਼ ਇਮੀਗ੍ਰੇਸ਼ਨ ਏਜੰਟ ਨੇ ਬਸ ਤੁਹਾਨੂੰ ਡਰਾ ਗਈ, ਹਾਂ ਉੱਥੇ ਕਰੋ। ਮਿਲਦੇ ਹਾਂ, ਹੱਸਦੇ ਵਾਸਤੇ ਰਹੋ, ਖੁਸ਼ ਰਹੋ। ਸਾਲ ਖਤਮ ਹੋਣ ਵਾਲਾ, ਜ਼ਿੰਦਗੀ 'ਚ ਜੋ ਵੀ ਟੈਨਸ਼ਨਾਂ ਪਰੇਸ਼ਾਨੀਆਂ ਆਪਦੇ ਮਾਂ ਪਿਓ ਨਾਲ ਸਾਂਝੀਆਂ ਕਰੋ। ਤੁਹਾਡੇ ਮਾਂ ਪਿਓ ਬਹੁਤ ਚੰਗੇ ਸਲਾਹਕਾਰ ਨੇ, ਬਹੁਤ ਚੰਗੇ ਦੋਸਤ ਬਣਾਓ ਉਹਨਾਂ ਨੂੰ, ਅਤੇ ਜ਼ਿੰਦਗੀ 'ਚ ਕਦੇ ਵੀ ਮਾਤ ਨਹੀਂ ਖਾਓਗੇ। ਜਿਹੜੀ ਉਹਨਾਂ ਨੇ ਉਮਰ ਕੱਢੀ ਆ ਨਾ, ਉਹਨਾਂ ਦਾ ਦੁਨੀਆ ਤੋਂ ਯਾਰ ਇੱਕ ਦਿਨ ਸਾਰਿਆਂ ਨੇ ਚਲੇ ਜਾਣਾ। ਜਿਹੜੇ ਮਾਂ ਪਿਓ ਹੈਗੇ ਨਾ, ਜਿੰਨਾ ਹੋ ਸਕੇ ਓਨਾ ਉਹਨਾਂ ਦੇ ਵਿੱਚ ਵੜ ਜਾਓ, ਵੀ ਮੋਹ ਪਿਆਰ ਇੰਨਾ ਪਾ ਲਓ, ਦਿਲ ਖੋਲ੍ਹੋ, ਸਲਾਹਾਂ ਲਿਆ ਕਰੋ। ਉਹਨਾਂ ਨੇ ਜ਼ਿੰਦਗੀ ਹੰਢਾਈ ਹੋਈ ਆ, ਜਿਹੜੀਆਂ ਸਟਰਗਲਸ ਉਹਨਾਂ ਨੇ ਦੇਖੀਆਂ ਉਹ ਆਪਾਂ ਸਾਰੀ ਉਮਰ ਹੈਂਡਲ ਨਹੀਂ ਕਰ ਪਾਵਾਂਗੇ। ਤਾਂ ਉਹਨਾਂ ਦੇ ਜ਼ਿੰਦਗੀ ਦੇ ਐਕਸਪੀਰੀਅੰਸ ਤੋਂ, ਉਹਨਾਂ ਤਜਰਬੇ ਤੋਂ ਜ਼ਰੂਰ ਸਲਾਹ ਲਿਆ ਕਰੋ। ਕਦੇ ਵੀ ਤੁਹਾਨੂੰ ਸਲਾਹ ਉਹ ਮਾੜੀ ਨਹੀਂ ਦੇਣਗੇ, ਅਤੇ ਜਿਹੜੀ ਉਹ ਸਲਾਹ ਦੇਣਗੇ ਉਹ ਤੁਹਾਨੂੰ ਜ਼ਿੰਦਗੀ 'ਚ ਕਦੇ ਵੀ ਅੱਗੇ ਮਾਤ ਨਹੀਂ ਖਾਣ ਦੇਊਗੀ। ਸੋ ਮਾਂ ਪਿਓ ਨੰਬਰ 1 ਇਨਸਾਨ ਨੇ ਦੁਨੀਆ 'ਤੇ, ਮਾਂ ਪਿਓ ਨੰਬਰ 1 ਨੇ। ਜਿਨ੍ਹਾਂ ਦੇ ਨਹੀਂ ਹੈਗੇ ਉਹਨੂੰ ਪੁੱਛ ਕੇ ਵੇਖੋ, ਸ਼ੁਕਰ ਮਨਾਓ ਵੀ ਮਾਂ ਪਿਓ ਘਰੇ ਨੇ। ਗੱਲਬਾਤ ਨਹੀਂ ਹੁੰਦੀ, ਡੇਲੀ ਗੱਲਬਾਤ ਕਰੋ, ਦਿਲ ਖੋਲ੍ਹੋ, ਹਾਸੇ ਮਜ਼ਾਕ ਕਰੋ। ਇੱਥੇ ਜੋ ਚੱਲ ਰਿਹਾ ਦੱਸੋ, ਵੀ ਜੋ ਵੀ ਚੱਲ ਰਿਹਾ ਦਿਲ ਵਿੱਚ ਦੱਸੋ। ਮਾਵਾਂ ਦੀਆਂ ਦੁਆਵਾਂ ਤਾਰ ਜਾਂਦੀਆਂ, ਉਹ ਪਿਓ ਥੰਮ ਹੁੰਦਾ ਜ਼ਿੰਦਗੀ ਦਾ। ਸੋ 2 ਜਣੇ ਨੰਬਰ 1 ਨੇ, ਬਾਕੀ ਸਾਰੀ ਦੁਨੀਆ ਸੈਕਿੰਡ ਹੈ। ਯਾਦ ਰੱਖਿਓ, ਹੱਸਦੇ ਵੱਸਦੇ ਰਹੋ। ਤੁਹਾਡੇ ਮਾਂ ਪਿਓ ਹਮੇਸ਼ਾ ਤੰਦਰੁਸਤ ਰਹਿਣ, ਵੱਡੀਆਂ ਉਮਰਾਂ ਦੇ ਵੀ ਪਰਮਾਤਮਾ ਨੂੰ, ਅਤੇ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ। ਮਿਲਦੇ ਹਾਂ।